चलो जी ਅੱਜ ਦਾ ਲੈਕਚਰ ਸ਼ੁਰੂ ਕਰਦੇ। ਕੱਲ ਆਪਾਂ ਕੀ ਡਿਸਕਸ ਕੀਤਾ ਸੀ? ਪਿਛਲੇ ਲੈਕਚਰ ਦੇ ਵਿੱਚ ਆਪਾਂ ਇਕਨੋਮਿਕ ਐਕਟੀਵਿਟੀਜ਼ ਬਾਰੇ ਪੜ੍ਹਿਆ ਸੀ। ਐਕਟੀਵਿਟੀਜ਼ ਬਾਰੇ ਪੜ੍ਹਿਆ ਸੀਗਾ। ਐਕਟੀਵਿਟੀਜ਼ ਕੋਈ ਵੀ ਕੰਮ ਜਿਹੜਾ ਆਪਾਂ ਕਰ ਰਹੇ ਹਾਂ ਉਹ ਇੱਕ ਐਕਟੀਵਿਟੀ ਹੈ ਤੇ ਐਕਟੀਵਿਟੀ ਵੀ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ? ਦੋ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ। ਇੱਕ ਉਹ ਐਕਟੀਵਿਟੀਜ਼ ਜਿਨ੍ਹਾਂ ਨੂੰ ਕਰਕੇ ਆਪਣੇ ਕੋਲੇ ਪੈਸਾ ਆਉਂਦਾ ਤੇ ਇੱਕ ਉਹ ਐਕਟੀਵਿਟੀਜ਼ ਜਿਨ੍ਹਾਂ ਨੂੰ ਕਰਕੇ ਆਪਾਂ ਨੂੰ ਸਿਰਫ ਕੀ ਮਿਲਦੀ ਹੈ? ਸੈਟਿਸਫੈਕਸ਼ਨ, ਕੋਈ ਵੀ ਪੈਸਾ नहीं होता। ਜਿਹੜੀਆਂ ਐਕਟੀਵਿਟੀਜ਼ ਨੂੰ ਕਰਕੇ ਆਪਾਂ ਨੂੰ ਪੈਸਾ ਮਿਲ ਰਿਹਾ ਉਹ ਹੁੰਦੀਆਂ ਆਪਣੀਆਂ ਇਕਨੋਮਿਕ ਐਕਟੀਵਿਟੀਜ਼ ਤੇ ਜਿਹੜੀਆਂ ਐਕਟੀਵਿਟੀਜ਼ ਨੂੰ ਕਰਕੇ ਆਪਾਂ ਨੂੰ ਜਸਟ ਸੈਟਿਸਫੈਕਸ਼ਨ ਮਿਲ ਰਹੀ ਹੈ ਉਹ ਹੁੰਦੀਆਂ ਆਪਣੀਆਂ ਨਾਨ ਇਕਨੋਮਿਕ ਐਕਟੀਵਿਟੀਜ਼। ਤਾਂ ਐਕਟੀਵਿਟੀਜ਼ ਜਿਨ੍ਹਾਂ ਕਰਕੇ ਆਪਾਂ ਨੂੰ ਪੈਸਾ ਆਉਂਦਾ, ਜਿਹੜੀਆਂ ਐਕਟੀਵਿਟੀਜ਼ ਪਰਫਾਰਮ ਕਰਕੇ ਆਪਾਂ ਨੂੰ ਪੈਸਾ ਮਿਲ ਰਿਹਾ ਉਹ ਐਕਟੀਵਿਟੀਜ਼ ਵੀ ਅੱਗੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ: ਬਿਜ਼ਨਸ, ਪ੍ਰੋਫੈਸ਼ਨ ਤੇ ਇੰਪਲੋਇਮੈਂਟ। ਬਿਜ਼ਨਸ ਕੀ ਹੁੰਦਾ, ਪ੍ਰੋਫੈਸ਼ਨ ਕੀ ਹੁੰਦਾ, ਇੰਪਲੋਇਮੈਂਟ ਕੀ ਹੁੰਦੀ ਹੈ, ਇਹ ਵੀ ਆਪਾਂ ਡਿਸਕਸ ਕਰ ਲਿਆ ਸੀ ਕਿ ਬਿਜ਼ਨਸ ਜਿੱਥੇ ਤੁਸੀਂ ਗੁੱਡਸ ਐਂਡ ਸਰਵਿਸਿਜ਼ ਦੇ ਰਿਲੇਟਡ, ਜਿੱਥੇ ਤੁਸੀਂ ਗੁੱਡਸ ਐਂਡ ਸਰਵਿਸਿਜ਼ ਦੇ ਰਿਲੇਟਡ ਐਕਟੀਵਿਟੀਜ਼ ਪਰਫਾਰਮ ਕਰ ਰਹੇ ਹੋ, ਜਿਵੇਂ ਕਿ ਪ੍ਰੋਡਕਸ਼ਨ, ਗੁੱਡਸ ਐਂਡ ਸਰਵਿਸਿਜ਼ ਨੂੰ ਪ੍ਰੋਡਿਊਸ ਕਰਨਾ, ਪਰਚੇਜ਼ ਕਰਕੇ ਉਹਨਾਂ ਨੂੰ ਸੇਲ ਕਰਨਾ, ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਜ਼ एटसैक्ट्रा एटसैक्ट्रा, जो भी तुसी एक्टिविटीज़ परफॉर्म कर रहे हो वो आपां की कहांगे? बिजनेस एक्टिविटीज़। इत्थे अपना मोटिव की हुंदा है इन्हां एक्टिविटीज़ नूं परफॉर्म करन दा? पैसे कमाउणा। ते उहनूं आपां की कहंदे हैगे? प्रॉफिट अर्न करन दे मोटिव नाल आपां इह सारियां एक्टिविटीज़ की करदे हैगे? परफॉर्म करदे। नैक्सट हैगा अपने कोले प्रोफैशन। प्रोफैशन किस तरह की एक्टिविटी सी? इस तरह की एक्टिविटी जिथे तुसी कोई पहला नॉलेज गेन कर रहे हो, नॉलेज गेन कर रहे हो, दैन ओदे रिलेटेड स्किल एक्वायर कर रहे हो, स्किल सीखी है, दैन फिर इस नॉलेज ते स्किल नूं अप्लाई करके जदों तुसी पैसे कमाउने हो उहनूं आपां कहांगे प्रोफैशनल एक्टिविटी। तो की कुछ आ जाता प्रोफैशन दे विच? ਆਪਾਂ डॉक्टर बनना है तो डॉक्टर बनने लिए ਆਪਾਂ ਨੂੰ ਕੀ ਕਰਨਾ ਪਊਗਾ? पढ़ना पऊगा, यानी कि नॉलेज लेनी पऊगी। पेशेंट्स का इलाज किवें करना है, पेशेंट्स के इंजैक्शन किवें लाना है, ਉਹਦੇ एक स्किल होनी चाहिए, ट्रेनिंग कम सीखना पऊगा तो ਉਹਦੀ ਕੀ होनी चाहिए? ਤੁਹਾਡੇ ਕੋਲੇ स्किल। ਜਦੋਂ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਅਪਲਾਈ ਕਰੋਗੇ ਤੇ ਉਹ ਅਪਲਾਈ ਕਰਕੇ ਪੈਸੇ ਕਮਾ ਰਹੇ ਹੋਗੇ, ਉਸ ਐਕਟੀਵਿਟੀ ਨੂੰ ਕਹਾਂਗੇ ਪ੍ਰੋਫੈਸ਼ਨ। ਹੁਣ ਇੰਪਲੋਇਮੈਂਟ ਐਕਟੀਵਿਟੀ ਕਿਹੜੀ ਹੋਊਗੀ? ਲਾਸਟ, ਜਦੋਂ ਤੁਸੀਂ ਕਿਤੇ ਜੌਬ ਕਰ ਰਹੇ ਹੋ ਕਿਸੇ ਅੰਡਰ, ਦੈਨ ਕਿਸੇ ਪਰਸਨ ਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹੋ ਕਿਸੇ ਹੋਰ ਲਈ ਕੰਮ ਕਰਕੇ, ਫਿਰ ਤੁਸੀਂ ਪੈਸੇ ਕਮਾ ਰਹੇ ਹੋ, ਉਹਨੂੰ ਆਪਾਂ ਕਹਾਂਗੇ ਇੰਪਲੋਇਮੈਂਟ ਐਕਟੀਵਿਟੀ। ਤਾਂ ਪੈਸੇ ਕਮਾਉਣ ਦੀਆਂ ਜਿਹੜੀਆਂ ਐਕਟੀਵਿਟੀਜ਼ ਹੈ ਤਿੰਨ ਤਰ੍ਹਾਂ ਦੀਆਂ ਨੇ: ਬਿਜ਼ਨਸ, ਪ੍ਰੋਫੈਸ਼ਨ ਤੇ ਇੰਪਲੋਇਮੈਂਟ। ਇੱਕ 'ਚ ਕੀ ਹੈਗਾ ਕਿ ਆਪਾਂ ਕਿਸੇ ਕੋਲ ਜੌਬ ਕਰਕੇ ਕਿਸੇ ਹੋਰ ਬੰਦੇ ਵਾਸਤੇ ਕੰਮ ਕਰਕੇ ਉਹਦੇ ਤੋਂ ਪੈਸੇ ਲੈ ਰਹੇ, ਉਹ ਇੰਪਲੋਇਮੈਂਟ ਹੈ। ਇੱਕ ਕੀ ਹੈਗਾ ਕਿ ਇੱਥੇ ਆਪਾਂ ਪਰਸਨਲ ਆਪਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ ਲੋਕਾਂ ਨੂੰ, ਆਪਦੀ ਸਕਿੱਲ, ਆਪਦੀ ਨੌਲੇਜ ਯੂਜ਼ ਕਰਕੇ, ਉਹ ਹੈਗਾ ਪ੍ਰੋਫੈਸ਼ਨ। ਜਿੱਥੇ ਆਪਾਂ ਗੁੱਡਸ ਐਂਡ ਸਰਵਿਸਿਜ਼ ਨੂੰ ਬਾਏ ਸੈਲ ਕਰਨ ਦਾ ਕੰਮ ਕਰ ਰਹੇ ਜਾਂ ਫਿਰ ਪ੍ਰੋਡਕਸ਼ਨ ਦਾ ਕੰਮ ਕਰ ਰਹੇ, ਉਹ ਕੀ ਆ ਜਾਊਗਾ? ਬਿਜ਼ਨਸ ਐਕਟੀਵਿਟੀ। ਗੱਲ ਕਲੀਅਰ ਹੋ ਗਈ? ਤਾਂ ਅੱਜ ਆਪਾਂ ਕੀ ਡਿਸਕਸ ਕਰਨਾ ਹੈ? ਅੱਜ ਆਪਾਂ ਇਹਨਾਂ ਤਿੰਨਾਂ ਦੇ ਵਿੱਚ ਡਿਫਰੈਂਸ ਡਿਸਕਸ ਕਰਨਾ ਹੈ। ਬਿਜ਼ਨਸ, ਪ੍ਰੋਫੈਸ਼ਨ ਤੇ ਇੰਪਲੋਇਮੈਂਟ ਦੇ ਵਿੱਚ ਕੀ ਫਰਕ ਹੁੰਦਾ ਹੈ। ਤਾਂ ਕੁਝ ਪੁਆਇੰਟਸ ਆਫ ਬੇਸਿਸ ਦਿੱਤੇ ਹੋਏ ਹੈਗੇ ਆਪਾਂ ਨੂੰ, ਬੇਸਿਸ ਆਫ ਡਿਸਟਿੰਕਸ਼ਨ, ਜਿਨ੍ਹਾਂ ਦੇ ਬੇਸਿਸ ਤੇ ਆਪਾਂ ਇਹਨਾਂ ਤਿੰਨਾਂ ਦੇ ਵਿੱਚ ਕੀ ਕਰਨਾ ਹੈ? ਡਿਫਰੈਂਸੀਏਸ਼ਨ ਕ੍ਰੀਏਟ ਕਰਨਾ ਹੈ। ਤਾਂ ਸਾਰਿਆਂ ਨਾਲੋਂ ਪਹਿਲਾ ਪੁਆਇੰਟ ਕੀ ਹੈਗਾ ਆਪਣੇ ਕੋਲੇ? ਕਮੈਂਸਮੈਂਟ। ਸਾਰਿਆਂ ਨਾਲੋਂ ਪਹਿਲਾ ਪੁਆਇੰਟ ਕੀ ਆਪਣੇ ਕੋਲੇ? ਕਮੈਂਸਮੈਂਟ। ਕਮੈਂਸਮੈਂਟ ਦਾ ਕੀ ਮਤਲਬ ਹੁੰਦਾ? ਕਮੈਂਸਮੈਂਟ ਦਾ ਮਤਲਬ ਹੁੰਦਾ ਕੁਝ ਵੀ ਸਟਾਰਟ ਕਰਨਾ, ਸ਼ੁਰੂ ਕਰਨਾ। ਤੇ ਜੇ ਆਪਾਂ ਗੱਲ ਕਰੀਏ ਇੰਪਲੋਇਮੈਂਟ ਦੀ, ਸਾਰਿਆਂ ਨਾਲੋਂ ਪਹਿਲਾਂ ਇੰਪਲੋਇਮੈਂਟ ਕਦੋਂ ਸਟਾਰਟ ਹੋਊਗੀ? ਇੰਪਲੋਇਮੈਂਟ ਉਦੋਂ ਸਟਾਰਟ ਹੋਊਗੀ ਜਦੋਂ ਤੁਸੀਂ ਆਪਦੀ ਜੌਬ ਡਿਊਟੀ ਉਹਨੂੰ ਜੁਆਇਨ ਕਰ ਲਓਗੇ ਜਾਂ ਫਿਰ ਤੁਸੀਂ ਆਪਦੇ ਇੰਪਲੋਇਰ ਨਾਲ, ਆਪਦੇ ਬੌਸ ਨਾਲ ਇੱਕ ਐਗਰੀਮੈਂਟ ਸਾਈਨ ਕਰ ਲਓਗੇ। ਉਸ ਟਾਈਮ ਤੇ ਤੁਹਾਡੀ ਕੀ ਹੋਊਗੀ? ਇੰਪਲੋਇਮੈਂਟ ਕਮੈਂਸ ਹੋ ਜੂਗੀ, ਸ਼ੁਰੂ ਹੋ ਜੂਗੀ। ਦੋਨਾਂ 'ਚ ਇੱਕ ਵੀ ਚੀਜ਼ ਹੋਗੀ ਉਦੋਂ ਕੀ ਹੋ ਜੂਗਾ? ਇੰਪਲੋਇਮੈਂਟ ਸ਼ੁਰੂ ਹੋ ਜੂਗੀ। ਦੈਨ ਪ੍ਰੋਫੈਸ਼ਨ ਦੇ ਵਿੱਚ ਕੀ ਲਿਖਿਆ ਹੋਏਗਾ? ਪ੍ਰੋਫੈਸ਼ਨ ਸਟਾਰਟ ਕਰਨ ਲਈ ਤੁਹਾਨੂੰ ਕੀ ਕੁਝ ਚਾਹੀਦਾ? ਕੰਪਲੀਸ਼ਨ ਆਫ ਡਿਗਰੀ ਐਂਡ, ਇੱਕ ਤਾਂ ਕੰਪਲੀਸ਼ਨ ਆਫ ਡਿਗਰੀ ਚਾਹੀਦਾ, ਹੋਰ ਕੀ ਚਾਹੀਦਾ ਆਪਾਂ ਨੂੰ? ਸਰਟੀਫਿਕੇਟ ਆਫ ਪ੍ਰੈਕਟਿਸ। ਇੱਕ ਆਪਾਂ ਨੂੰ ਕੀ ਚਾਹੀਦਾ ਹੈਗਾ? ਜੇ ਆਪਾਂ CA ਬਣਨਾ ਹੈਗਾ ਤਾਂ CA ਬਣਨ ਲਈ ਆਪਾਂ ਨੂੰ CA ਦੀ ਡਿਗਰੀ ਚਾਹੀਦੀ ਹੈਗੀ, ਪਲੱਸ
ਆਪਾਂ ਨੂੰ ਇੱਕ ਸਰਟੀਫਿਕੇਟ ਆਫ ਪ੍ਰੈਕਟਿਸ ਚਾਹੀਦਾ ਕਿ ਲੋਕਾਂ ਨੂੰ ਆਪਾਂ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ। ਇਹਦਾ ਇੱਕ ਪਰਮਿਸ਼ਨ ਲੈਟਰ ਅਥਾਰਟੀਜ਼ ਤੋਂ। ਕਿਹੜੀ ਅਥਾਰਟੀ ਹੈਗੀ ਉਹ? ICAI, ਇੱਕ ਬੋਡੀ ਹੈਗੀ, ਇੱਕ ਆਰਗੇਨਾਈਜੇਸ਼ਨ ਹੈਗੀ ICAI, ਜੋ ਤੁਹਾਡੇ CA ਦੇ ਐਗਜ਼ਾਮਸ ਕੰਡਕਟ ਕਰਦੀ ਹੈਗੀ। ਜੇ ਤੁਸੀਂ ਉਹ ਐਗਜ਼ਾਮ ਕਲੀਅਰ ਕਰ ਲੈਂਦੇ ਤਾਂ ਉਹ ਤੁਹਾਨੂੰ ਕੀ ਦੇ ਦੇਣਗੇ? CA ਦੀ ਡਿਗਰੀ ਦੇ ਦੇਣਗੇ। ਤਾਂ ਪ੍ਰੋਫੈਸ਼ਨ ਸ਼ੁਰੂ ਕਰਨ ਵਾਸਤੇ ਇੱਕ ਤਾਂ ਆਪਣੇ ਕੋਲ ਇਹ ਡਿਗਰੀ ਹੋਣੀ ਚਾਹੀਦੀ ਹੈ। ਦੂਸਰਾ, ਜੇ ਤੁਸੀਂ ਲੋਕਾਂ ਨੂੰ ਆਪਦੀਆਂ ਅਕਾਊਂਟੈਂਸੀ ਸਰਵਿਸਿਜ਼ ਪ੍ਰੋਵਾਈਡ ਕਰਨੀ ਹੈਗੀ, ਉਹਦੇ ਲਈ ਤੁਹਾਨੂੰ ਕੀ ਲੈਣਾ ਪਊਗਾ? ਇਸ ICAI ਤੋਂ ਇੱਕ ਸਰਟੀਫਿਕੇਟ ਆਫ ਪ੍ਰੈਕਟਿਸ ਲੈਣਾ ਪਊਗਾ, ਕਿ ਪਰਮਿਸ਼ਨ ਲੈਟਰ ਲੈਣਾ ਪਊਗਾ। ਜੇ ਸਿੰਪਲ ਸ਼ਬਦਾਂ 'ਚ ਆਪਾਂ ਕਹੀਏ ਕਿ ਲੋਕਾਂ ਨੂੰ ਆਪਦੀਆਂ ਸਰਵਿਸਿਜ਼ ਪ੍ਰੋਵਾਈਡ ਕਰਨ ਲਈ ਇਹਨਾਂ ਤੋਂ ਇੱਕ ਪਰਮਿਸ਼ਨ ਲੈਟਰ ਲੈਣਾ ਪਊਗਾ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸਰਟੀਫਿਕੇਟ ਆਫ ਪ੍ਰੈਕਟਿਸ। ਤਾਂ ਪ੍ਰੋਫੈਸ਼ਨ ਸ਼ੁਰੂ ਕਰਨ ਵਾਸਤੇ ਦੋ ਚੀਜ਼ਾਂ ਚਾਹੀਦੀਆਂ, ਡਿਗਰੀ ਤੇ ਸਰਟੀਫਿਕੇਟ ਆਫ ਪ੍ਰੈਕਟਿਸ। ਬਿਜ਼ਨਸ ਸ਼ੁਰੂ ਕਰਨ ਵਾਸਤੇ ਆਪਾਂ ਨੂੰ ਨਾ ਤਾਂ ਕੋਈ ਡਿਊਟੀ ਜੁਆਇਨ ਕਰਨ ਦੀ ਲੋੜ ਹੈ, ਨਾ ਹੀ ਇੰਪਲੋਇਰ ਨਾਲ ਕੋਈ ਐਗਰੀਮੈਂਟ ਸਾਈਨ ਕਰਨ ਦੀ ਲੋੜ ਹੈ, ਨਾ ਹੀ ਆਪਾਂ ਨੂੰ ਕਿਸੇ ਡਿਗਰੀ ਦੀ ਲੋੜ ਹੈ, ਤੇ ਨਾ ਹੀ ਆਪਾਂ ਨੂੰ ਸਰਟੀਫਿਕੇਟ ਆਫ ਪ੍ਰੈਕਟਿਸ ਚਾਹੀਦਾ ਹੈ। ਜਸਟ ਬਿਜ਼ਨਸ ਕਿਵੇਂ ਸਟਾਰਟ ਹੋ ਜਾਂਦਾ ਹੈ? ਬਿਜ਼ਨਸਮੈਨ ਡਿਸਾਈਡ ਕਰਦਾ ਕਿ ਉਹਨੇ ਕੀ ਕੰਮ ਕਰਨਾ ਹੈ, ਕਿਸ ਰਿਲੇਟਿਡ ਕੰਮ ਕਰਨਾ ਹੈ। ਉਹ ਕੰਮ ਡਿਸਾਈਡ ਕਰਨ ਤੋਂ ਬਾਅਦ ਜਦੋਂ ਉਹ ਕੰਮ ਸ਼ੁਰੂ ਕਰ ਦਿੰਦਾ ਤਾਂ ਬਿਜ਼ਨਸ ਸਟਾਰਟ ਹੋ ਜਾਂਦਾ ਹੈ। ਤਾਂ ਬਿਜ਼ਨਸ ਕਮੈਂਸਿਸ ਵਿਦ ਦੀ ਡਿਸੀਜਨ ਆਫ ਬਿਜ਼ਨਸਮੈਨ। ਬਿਜ਼ਨਸਮੈਨ ਜਦੋਂ ਡਿਸਾਈਡ ਕਰਦਾ ਕਿ ਉਹਨੇ ਇਹ ਕੰਮ ਕਰਨਾ ਹੈ ਤੇ ਉਹ ਕੰਮ ਸ਼ੁਰੂ ਕਰਦਾ ਤਾਂ ਬਿਜ਼ਨਸ ਸਟਾਰਟ ਹੋ ਜਾਂਦਾ। ਨੈਕਸਟ ਪੁਆਇੰਟ ਹੈ ਕੁਆਲੀਫਿਕੇਸ਼ਨ। ਬਿਜ਼ਨਸ ਐਕਟੀਵਿਟੀ ਪਰਫਾਰਮ ਕਰਨ ਲਈ ਤੁਹਾਡੇ ਕੋਲ ਮਿਨੀਮਮ ਕਿੰਨੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਪ੍ਰੋਫੈਸ਼ਨ ਲਈ ਕਿੰਨੀ ਹੋਣੀ ਚਾਹੀਦੀ ਹੈ, ਤੇ ਇੰਪਲੋਇਮੈਂਟ ਵਾਸਤੇ ਤੁਹਾਡੇ ਕੋਲ ਕਿੰਨੀ ਕੁ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਤੇ ਇੰਪਲੋਇਮੈਂਟ ਦੇ ਵਿੱਚ ਤਾਂ ਦੇਖੋ, ਜਿਸ ਤਰ੍ਹਾਂ ਦਾ ਤੁਹਾਡਾ ਕੰਮ ਹੋਊਗਾ ਉਸ ਤਰ੍ਹਾਂ ਦੀ ਤੁਹਾਨੂੰ ਕੁਆਲੀਫਿਕੇਸ਼ਨ ਚਾਹੀਦੀ ਹੈ। ਜੇ ਤੁਸੀਂ ਇੱਕ ਕਲਰਕ ਲੱਗ ਰਹੇ ਹੋਗੇ ਤਾਂ ਤੁਹਾਨੂੰ ਕਲਰਕ ਜਿੰਨੀ ਕੁਆਲੀਫਿਕੇਸ਼ਨ ਚਾਹੀਦੀ ਹੈ। ਜੇ ਤੁਸੀਂ ਇੱਕ ਚਾਕਲੇਟ ਫੈਕਟਰੀ ਦੇ ਵਿੱਚ ਵਰਕਰ ਦਾ ਕੰਮ ਕਰ ਰਹੇ ਹੋ ਤਾਂ ਉਸ ਰਿਲੇਟਿਡ ਤੁਹਾਨੂੰ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਤੇ ਕੁਆਲੀਫਿਕੇਸ਼ਨ ਇੰਪਲੋਇਮੈਂਟ ਦੇ ਵਿੱਚ ਡਿਪੈਂਡ ਕਰਦੀ ਹੈ ਕਿ ਆਪਣਾ ਕੰਮ ਕਿਸ ਤਰ੍ਹਾਂ ਦਾ ਹੈ, ਉਸ ਅਕੋਰਡਿੰਗ ਆਪਾਂ ਨੂੰ ਆਪਣੇ ਕੋਲੇ ਕੁਆਲੀਫਿਕੇਸ਼ਨਸ ਹੋਣੀਆਂ ਚਾਹੀਦੀਆਂ। ਦੈਨ ਪ੍ਰੋਫੈਸ਼ਨ ਦੇ ਵਿੱਚ ਕੀ ਹੋਣਾ ਚਾਹੀਦਾ ਹੈ? ਜੇ ਮੈਂ CA ਬਣਨਾ ਹੈਗਾ ਤਾਂ CA ਵਾਸਤੇ ਜਿੰਨੀ ਪ੍ਰਿਸਕ੍ਰਾਈਬਡ ਕੁਆਲੀਫਿਕੇਸ਼ਨ ਹੈ ਉਹ ਕੁਆਲੀਫਿਕੇਸ਼ਨ ਮੇਰੇ ਕੋਲੇ ਹੋਣੀ ਚਾਹੀਦੀ ਹੈ, ਪਲੱਸ ਮੇਰੇ ਕੋਲੇ CA ਦੀ ਕੰਮ ਕਰਨ ਦੀ ਟ੍ਰੇਨਿੰਗ ਵੀ ਹੋਣੀ ਚਾਹੀਦੀ ਹੈ। ਤਾਂ ਦੇਖੋ ਕੀ ਲਿਖਿਆ, ਪ੍ਰਿਸਕ੍ਰਾਈਬਡ ਕੁਆਲੀਫਿਕੇਸ਼ਨ ਐਂਡ ਟ੍ਰੇਨਿੰਗ ਰਿਕੁਆਇਰਡ। ਜੋ ਵੀ ਇਹ ਡਿਗਰੀ ਲੈਣ ਵਾਸਤੇ ਮੈਨੂੰ ਕੁਆਲੀਫਿਕੇਸ਼ਨ ਚਾਹੀਦੀ ਹੈਗੀ, ਪੜ੍ਹਾਈ ਨੌਲੇਜ ਹੋਣੀ ਚਾਹੀਦੀ ਹੈ, ਉਹ ਪ੍ਰਿਸਕ੍ਰਾਈਬਡ ਕੁਆਲੀਫਿਕੇਸ਼ਨ ਹੋਊਗੀ। ਪਲੱਸ ਕੰਮ ਕਰਨ ਵਾਸਤੇ ਕੰਮ ਕਿਵੇਂ ਕੀਤਾ ਜਾਂਦਾ ਉਸ ਦੀ ਟ੍ਰੇਨਿੰਗ ਵੀ ਮੈਨੂੰ ਚਾਹੀਦੀ ਹੈ ਪ੍ਰੋਫੈਸ਼ਨ ਵਾਸਤੇ। ਬਿਜ਼ਨਸ ਵਾਸਤੇ ਨੋ ਮਿਨੀਮਮ ਕੁਆਲੀਫਿਕੇਸ਼ਨ ਰਿਕੁਆਇਰਡ, ਕੁਝ ਵੀ ਮਿਨੀਮਮ ਕੁਆਲੀਫਿਕੇਸ਼ਨ ਆਪਾਂ ਨੂੰ ਨਹੀਂ ਚਾਹੀਦੀ ਹੁੰਦੀ। ਜਿਵੇਂ ਇਹਨਾਂ ਵਾਸਤੇ ਇੱਕ ਮਿਨੀਮਮ ਅਮਾਊਂਟ ਦੱਸੀ ਹੋਈ ਹੈ ਨਾ ਕਿ ਕਿੰਨੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਇੱਦਾਂ ਕੋਈ ਵੀ ਰਿਕੁਆਇਰਮੈਂਟ ਬਿਜ਼ਨਸ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿ ਬੰਦੇ ਕੋਲੇ MBA ਕੀਤੀ ਹੋਣੀ ਚਾਹੀਦੀ ਹੈ ਜਾਂ ਇਹ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ। ਇਹੋ ਜਿਹੀ ਕੋਈ ਵੀ ਕੁਆਲੀਫਿਕੇਸ਼ਨ ਬਿਜ਼ਨਸ ਦੇ ਵਿੱਚ ਨਹੀਂ ਹੁੰਦੀ। ਨੈਕਸਟ ਪੁਆਇੰਟ ਹੈ ਇਨਵੈਸਟਮੈਂਟ, ਕਿ ਤੁਸੀਂ ਜਿਹੜਾ ਵੀ ਐਕਟੀਵਿਟੀ ਕਰ ਰਹੇ ਹੋ ਉਹਦੇ ਵਿੱਚ ਕਿੰਨਾ ਪੈਸਾ ਲਾਇਆ ਹੋਇਆ ਹੈ, ਉਹ ਆਪਾਂ ਦੱਸਣਾ ਇਨਵੈਸਟਮੈਂਟ ਦੇ ਪੁਆਇੰਟ ਦੇ ਵਿੱਚ। ਬਿਜ਼ਨਸ ਦੇ ਵਿੱਚ ਕਿੰਨਾ ਕੁ ਪੈਸਾ ਲੱਗਦਾ ਹੈ, ਪ੍ਰੋਫੈਸ਼ਨ ਜੇ ਤੁਸੀਂ ਕਰ ਰਹੇ ਹੋ ਕਿੰਨਾ ਕੁ ਪੈਸਾ ਲੱਗਦਾ ਹੈ, ਇੰਪਲੋਇਮੈਂਟ ਜੇ ਤੁਸੀਂ ਕਰ ਰਹੇ ਹੋ ਤਾਂ ਇੰਪਲੋਇਮੈਂਟ ਦੇ ਵਿੱਚ ਕਿੰਨਾ ਕੁ ਪੈਸਾ ਲੱਗੂਗਾ, ਉਹ ਆਪਾਂ ਦੱਸਣਾ ਇਨਵੈਸਟਮੈਂਟ ਵਾਲੇ ਪੁਆਇੰਟ 'ਚ। ਤਾਂ ਦੇਖੋ ਬਿਜ਼ਨਸ ਦੇ ਵਿੱਚ ਡਿਪੈਂਡ ਕਰੂਗਾ ਔਨ ਸਕੇਲ ਆਫ ਬਿਜ਼ਨਸ। ਜੇ ਤੁਹਾਡਾ ਬਿਜ਼ਨਸ ਛੋਟਾ ਜਾਏਗਾ ਤਾਂ ਘੱਟ ਪੈਸਾ ਲੱਗੂਗਾ, ਜੇ ਵੱਡਾ ਬਿਜ਼ਨਸ ਹੈਗਾ ਤਾਂ ਵੱਧ ਪੈਸਾ ਲੱਗੂ। ਬਰਗਰ ਦੀ ਰੇਹੜੀ ਲਾਈ ਹੈ ਤਾਂ ਉਸ ਅਕੋਰਡਿੰਗ ਪੈਸਾ ਲੱਗੂ। ਇੱਕ ਰੈਸਟੋਰੈਂਟ ਖੋਲ੍ਹਿਆ ਹੋਇਆ ਬਰਗਰ ਦਾ ਤਾਂ ਉਸ ਅਕੋਰਡਿੰਗ ਪੈਸਾ ਲੱਗੂ। ਤਾਂ ਡਿਪੈਂਡ ਕਰੂਗਾ ਕਿ ਤੁਹਾਡੇ ਬਿਜ਼ਨਸ ਦਾ ਸਕੇਲ ਕਿੰਨਾ ਕੁ ਹੈ, ਛੋਟਾ ਵੱਡਾ। ਜੇ ਛੋਟਾ ਬਿਜ਼ਨਸ ਹੈ ਘੱਟ ਪੈਸੇ ਦੀ ਰਿਕੁਆਇਰਮੈਂਟ ਹੈ, ਵੱਡਾ ਬਿਜ਼ਨਸ ਹੈ ਤਾਂ ਵੱਧ ਪੈਸੇ ਦੀ ਰਿਕੁਆਇਰਮੈਂਟ ਹੈਗੀ ਹੈ। ਕੈਪੀਟਲ ਰਿਕੁਆਇਰਡ ਡਿਪੈਂਡ ਅਪੋਨ ਸਕੇਲ ਆਫ ਬਿਜ਼ਨਸ। ਨੈਕਸਟ ਹੈਗਾ ਲਿਮਿਟਿਡ ਕੈਪੀਟਲ ਇਨਵੈਸਟਮੈਂਟ ਰਿਕੁਆਇਰਡ। ਪ੍ਰੋਫੈਸ਼ਨ ਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੁੰਦੀ। ਇੱਥੇ ਆਪਾਂ ਨੂੰ ਜ਼ਿਆਦਾ ਪੈਸੇ ਦੀ ਲੋੜ ਕਿਉਂ ਸੀਗੀ? ਵੱਡੇ ਬਿਜ਼ਨਸ ਦੇ ਵਿੱਚ ਜਿੰਨਾ ਵੱਡਾ ਬਿਜ਼ਨਸ ਹੋਊਗਾ ਉੱਥੇ ਉਨਾ ਆਪਾਂ ਨੂੰ ਸਿਸਟਮ ਤਿਆਰ ਕਰਨਾ ਪਊਗਾ। ਜੇ ਮੰਨ ਲਓ ਕਿ ਮੈਂ ਫੈਕਟਰੀ ਲਾਉਣੀ ਹੈ ਤਾਂ ਫੈਕਟਰੀ ਵਾਸਤੇ ਮੈਨੂੰ ਇੱਕ ਵੱਡੀ ਬਹੁਤ ਸਾਰੀ ਜਗ੍ਹਾ ਵੀ ਚਾਹੀਦੀ ਹੈਗੀ, ਮਸ਼ੀਨਾਂ ਵਗੈਰਾ ਵੀ ਚਾਹੀਦੀਆਂ, ਲੇਬਰ ਵਗੈਰਾ ਕਿੰਨਾ ਕੁਛ ਚਾਹੀਦਾ ਹੈਗਾ, ਤਾਂ ਉੱਥੇ ਮੈਨੂੰ ਪੈਸਾ ਵੱਧ ਚਾਹੀਦਾ ਹੋਊਗਾ। ਬਟ ਪ੍ਰੋਫੈਸ਼ਨ ਦੇ ਵਿੱਚ ਆਪਾਂ ਨੂੰ ਇਹੋ ਜਿਹਾ ਕੁਛ ਵੀ ਨਹੀਂ ਚਾਹੀਦਾ, ਬਸ ਇੱਕ ਲਿਮਿਟਿਡ ਅਮਾਊਂਟ ਆਫ ਪੈਸਾ ਹੀ ਚਾਹੀਦਾ ਹੈਗਾ ਪ੍ਰੋਫੈਸ਼ਨ ਸ਼ੁਰੂ ਕਰਨ ਵਾਸਤੇ। ਇੰਪਲੋਇਮੈਂਟ ਦੇ ਵਿੱਚ ਤਾਂ ਆਪਾਂ ਕੰਮ ਹੀ ਕਿਸੇ ਹੋਰ ਬੰਦੇ ਵਾਸਤੇ ਕਰ ਰਹੇ ਹੁੰਦੇਗੇ ਤਾਂ ਉੱਥੇ ਆਪਾਂ ਨੂੰ ਪੈਸਾ ਲਾਉਣ ਦੀ ਲੋੜ ਹੀ ਨਹੀਂ ਹੁੰਦੀ, ਤਾਂ ਨੋ ਕੈਪੀਟਲ ਇਨਵੈਸਟਮੈਂਟ ਰਿਕੁਆਇਰਡ। ਦੈਨ ਉਦੋਂ ਬਾਅਦ ਹੈਗਾ ਰਿਸਕ। ਰਿਸਕ ਦੇ ਵਿੱਚ ਕੀ ਹੈਗਾ? ਚਾਂਸਿਸ ਆਫ ਲਾਸ। ਚਾਂਸਿਸ ਆਫ ਲਾਸ ਮਤਲਬ ਕਿ ਕਿਹਦੇ ਵਿੱਚ ਲਾਸ ਹੋਣ ਦੇ ਚਾਂਸਿਸ ਸਾਰਿਆਂ ਨਾਲੋਂ ਵੱਧ ਹੈ।
तो देखो सिंपल जी गल है, जिथे पैसा वध लग्या होगा उत्थे रिस्क भी की होगा, वध होगा। जिथे पैसा लिमिटेड है उत्थे रिस्क भी की हैगा, लिमिटेड है। जिथे पैसा ही नहीं लग्या उत्थे रिस्क भी है नहीं गा। तो बिजनेस दे विच डिपेंड करूगा, पैसा वध लग्या होएगा तो रिस्क भी वध होगा। प्रोफैशन दे विच लिमिटेड पैसा लग्या हुंदा तो रिस्क भी की हुंदा हैगा, लिमिटेड हुंदा है। इंप्लॉयमेंट दे विच पैसा ही नहीं लग्या हुंदा तो इत्थे अपने कोले रिस्क भी कुछ नहीं हुंदा। चलो इन्ना गल समझ आ गई। कमेंसमेंट किवें शुरू होगा, क्वालिफिकेशन की चाहिए, इन्वेस्टमेंट कितना पैसा लगाना चाहिए, ते रिस्क है या नहीं है। नैक्सट देखो अपने को की पॉइंट्स आ जाते हैं। नैक्सट पॉइंट ऑफ डिस्टिंक्शन है अपने को ट्रांसफर ऑफ इंटरस्ट। ट्रांसफर ऑफ इंटरस्ट देखो पहला तो पढ़िए की लिखा हुआ है। बिजनेस दे विच कहते कि पॉसीबल विद सम फॉर्मैलिटीज, प्रोफैशन दे विच कह रहे कि नॉट पॉसीबल, तो इंप्लॉयमेंट दे विच भी की कह रहे हैं कि नॉट पॉसीबल। हुण आप इत्थे मतलब समझिए ट्रांसफर ऑफ इंटरस्ट का मतलब की है। तो देखो जिवें एक एग्जाम्पल ना तुहानूं समझावां, आ मान लो एक करियाने की दुकान है। ये दुकान का ओनर है हीरा लाल, ये दुकान हीरा लाल के नाम ते। जे कल नूं हीरा लाल आपदी यह दुकान आपदे मुंडे दे नाम ते करना चाहे, यदा मुंडा है मान लो राम लाल, हीरा लाल आपदी दुकान राम लाल दे नाम ते करना चाहे तो यह आपदी दुकान राम लाल दे नाम ते कर सकता है कि नहीं कर सकता? कर सकता है ना। हुण इधर आ जाओ, मान लो हीरा लाल एक डॉक्टर है। यदा मैं जवाब नहीं दिता हजे कुछ, पहला ये डिस्कस करते फिर समझते। मान लो हीरा लाल एक डॉक्टर है। हुण मैनूं आए दसो जिहड़ी हीरा लाल दी डॉक्टर दी डिग्री हैगी है या हीरा लाल दा सर्टिफिकेट ऑफ प्रैक्टिस हैगा, ओह आपदा सर्टिफिकेट ऑफ प्रैक्टिस या फिर आपदी डिग्री राम लाल नूं दे सकदा है कि राम लाल ओहदी डिग्री ते लोकां दा ट्रीटमेंट कर दे। इत्थे तो हीरा लाल ने आपदी दुकान राम लाल नूं देती कि ओह चला लूगा अज तो बाद। इत्थे हीरा लाल आपदी डॉक्टर दी डिग्री ये कह के राम लाल नूं दे सकदा कि अज तो बाद तू लोकां दा ट्रीटमेंट कर दे, नहीं कह सकदा। हुण उवें इत्थे मान लो हीरा लाल किसी कंपनी दे विच काम करदा है, जॉब करदा है, ओह आपदी जॉब ते राम लाल नूं भेज सकदा है? सोचो, ओह आपदी जॉब ते राम लाल नूं भेज सकदा है? तो आंसर की होगा कि वह राम लाल नूं आपदी थां ते नहीं भेज सकता। उवें इत्थे आंसर की होगा कि वह आपदी थां ते आपदी डॉक्टर दी डिग्री राम लाल नूं ट्रांसफर नहीं कर सकता। पर इत्थे आंसर की होगा कि हाँ वह आपदी दुकान राम लाल दे नाम ते ट्रांसफर कर सकता है। तो ट्रांसफर ऑफ इंटरस्ट दे विच आपां उही चीज़ दसनी है कि बिजनेस एक्टिविटीज़ नूं परफॉर्म करन दे विच जो तुहाडा इंटरस्ट हैगा कि जो तुसी एक्टिविटीज़ परफॉर्म कर रहे हो वो तुसी ट्रांसफर कर सकते हो। आपदा इंटरस्ट बिजनेस दे विच किसी होर दे नाम ते तो बिजनेस दे विच कर सकते हैं। प्रोफैशन दे विच जो तुसी काम कर रहे हो उहदे विच जो तुहाडा इंटरस्ट है वो तुसी किसी होर बंदे दे नाम ते ट्रांसफर नहीं कर सकते, तो नॉट पॉसीबल लिखता। उवें इंप्लॉयमेंट दे विच जिथे तुसी काम कर रहे हो उत्थे तुसी आपदी थां ते आपदे किसी होर बंदे नूं नहीं भेज सकते, तो इंप्लॉयमेंट भी की आ गया ट्रांसफर ऑफ इंटरस्ट नॉट पॉसीबल। गल समझ आई? तो चलो नैक्सट पॉइंट ते। नैक्सट पॉइंट आपां नूं की कहंदा है मेन ऑब्जेक्टिव की हुंदा इन्हां तिन्नां एक्टिविटीज़ नूं परफॉर्म करन दा। तो बिजनेस दे विच अपना मेन ऑब्जेक्टिव की हुंदा हैगा प्रॉफिट अर्न करना, कि आपां नूं प्रॉफिट होवे। प्रोफैशन दे विच आपां की कर रहे हैं, लोकां नूं सर्विसिज प्रोवाइड कर रहे हैं, तो इत्थे अपना मेन ऑब्जेक्टिव हुंदा सर्विसिज प्रोवाइड करना। इंप्लॉयमेंट दे विच आपां पैसे कमा रहे हैं। देखो इत्थे मेन ऑब्जेक्टिव क्या है, सारिया एक्टिविटीज़ तुसी क्यों कर रहे हो? प्रॉफिट अर्न करन दे मोटिव नाल। तो मेन ऑब्जेक्टिव हो गया अर्निंग प्रॉफिट। इत्थे आपां पैसे किवें कमा रहे हैं? बाय प्रोवाइडिंग सर्विसिज टू दी पीपल। तो इत्थे मेन ऑब्जेक्टिव की हो गया सर्विसिज प्रोवाइड करना। इत्थे की हैगा इनकम अर्न कर रहे हैं बाय सैटिस्फाइंग इंप्लॉयर। ਜਿਹੜੇ ਬੰਦੇ ਕੋਲੇ ਤੁਸੀਂ ਕੰਮ ਕਰ ਰਹੇ ਹੋ ਜੇ ਉਹ ਤੁਹਾਡੇ ਕੰਮ ਤੋਂ ਖੁਸ਼ ਹੋਊਗਾ ਤਾਂ ਉਹ ਕੀ ਦਊਗਾ? ਤੁਹਾਨੂੰ ਪੈਸੇ ਦਊਗਾ। ਤੇ ਇੱਥੇ ਆਪਣਾ ਮੇਨ ਆਬਜੈਕਟਿਵ ਕੀ ਹੈਗਾ? ਪੈਸੇ ਕਮਾਉਣਾ ਇੰਪਲੋਇਰ ਨੂੰ ਵਧੀਆ ਵਧੀਆ ਕੰਮ ਕਰਕੇ, ਇੰਪਲੋਇਰ ਨੂੰ ਵਧੀਆ ਵਧੀਆ ਕੰਮ ਕਰਕੇ ਉਹ ਤੋਂ ਪੈਸੇ ਅਰਨ ਕਰਨ। ਗੱਲ ਸਮਝ ਆ ਗਈ? ਨੈਕਸਟ ਪੁਆਇੰਟ ਕੀ ਹੈਗਾ? ਕੋਡ ਆਫ ਕੰਡਕਟ। ਕੋਡ ਆਫ ਕੰਡਕਟ ਕੀ ਹੈਗੇ ਹੁੰਦੇ ਹੈਗੇ? ਰੂਲਸ ਐਂਡ ਰੈਗੂਲੇਸ਼ਨਸ। रूल्स एंड रेगूलेशंस ਨੂੰ ਆਪਾਂ ਕੀ ਕਹਿ ਦਿੰਦੇ? ਕੋਡ ਆਫ ਕੰਡਕਟਸ।
तो बिजनेस वास्ते देखो कोई भी प्रिस्क्राइब्ड कोड ऑफ कंडक्ट, कोई भी प्रिस्क्राइब्ड रूल्स एंड रेगूलेशंस अपने कोले नहीं बने हैगे। बट हाँ जे तुसी प्रोफैशन कर रहे हो तो प्रोफैशनल्स वास्ते प्रिस्क्राइब्ड कोड ऑफ कंडक्ट्स बने हुए हैगे, वो बनाए हुए हैगे प्रोफैशनल एसोसीएशंस ने। जिवें मैं तुहानूं ICAI दी एग्जाम्पल दित्ती हैगी कि एक ही हैगा एक ऑर्गेनाइजेशन है। देखो बहुत ही जिहड़े ज्ञानी लोग है ना उन्होंने इकट्ठे होकर की कीता, एक ऑर्गेनाइजेशन बनाती। हुण जिहड़े CA सीगे ना बहुत ज्ञानी सी, उन्होंने इकट्ठे होकर एक ऑर्गेनाइजेशन बनाती ते क्या कि अज तो बाद जिहड़े लोगों ने भी CA बनना है उन्होंने की करना पऊगा, पहला CA दे एग्जाम्स देने पैणगे। जे CA दे एग्जाम्स देणगे वो क्लीयर करनगे, असीं उन्होंने डिग्री देवांगे, डिग्री दे देणगे ਤੇ ਉਹ एग्जाम्स क्लीयर करके डिग्री लैन तो बाद जे उन्होंने लोगों को सर्विसेज प्रोवाइड करनी है फिर वो साडे तो की लैन परमिशन लैन, जिन्हों आपां कह दिंदे सर्टिफिकेट ऑफ प्रैक्टिस। सर तुसी प्रैक्टिस करन लग गए, आपदा सर्विसेज प्रोवाइड करन लग गए, उस तो बाद एक ही कहते हैं कि साडे जिहड़े रूल्स एंड रेगूलेशंस बने हुए हैगे उन्होंने भी तुसी की करना हैगा फॉलो करना है। जे तुसी वो फॉलो नहीं करोगे तो असीं तुहाडे तो परमिशन लैटर वापस लै लांगे। तो हर एक प्रोफैशन वास्ते की हैगा कुछ प्रिस्क्राइब्ड कोड ऑफ कंडक्ट्स बने हुए हैं, कुछ रूल्स एंड रेगूलेशंस बने हुए हैं, तो किने बनाए हुए हैं प्रोफैशनल एसोसीएशंस ने। मतलब कि जो इन्हां दियां एक ऑर्गेनाइजेशंस बनिया हुई हैं हर एक प्रोफैशन दियां, उन्होंने ये कोड ऑफ कंडक्ट्स बनाए हुए हैं। CA वाले दी की है प्रोफैशनल बॉडी ICAI, इंस्टीट्यूट ऑफ चार्टर्ड अकाउंटेंट्स ऑफ इंडिया। नैक्सट इंप्लॉयमेंट दे विच रूल्स एंड रेगूलेशन सिर्फ उन्ने ही होणगे जिन्ने भी तुहाडे एग्रीमेंट दे विच मैंशन किए हुए होंगे। जो तुसी एग्रीमेंट किया है आपदे बॉस नाल आपदे इंप्लॉयर नाल, उहदे विच जो रूल्स एंड रेगूलेशंस लिखे होंगे वो तुसी इंप्लॉयमेंट दे विच फॉलो करने हो। नैक्सट पॉइंट है नेचर ऑफ वर्क। बिजनेस दे विच तुसी किस तरह का काम करते हो, तो यह आप पढ़ के आ ही चुके हैं कि बिजनेस दे विच आप गुड्स एंड सर्विसेज की प्रोडक्शन, परचेज, सेल एंड एक्सचेंज रिलेटेड एक्टिविटीज़ परफॉर्म करते हैं। प्रोडक्शन, परचेज एंड सेल और एक्सचेंज ऑफ गुड्स एंड सर्विसेज रिलेटेड आप इत्थे काम करते, तो यदा हो गया नेचर ऑफ वर्क। दैन प्रोफैशन दे विच आपां की कर देंगे रेंडरिंग पर्सनलाइज्ड सर्विसेज। प्रोफैशन दे विच हर एक प्रोफैशनल आपदियां पर्सनलाइज्ड सर्विसेज लोगों को प्रोवाइड करता है, तो वो आ गया इत्थे नेचर ऑफ वर्क दे विच कि आपां की कर रहे हैं लोगों को सर्विसेज प्रोवाइड करने का काम कर रहे हैं। तो इंप्लॉयमेंट दे विच आपां की कर रहे हैं परफॉर्मिंग वर्क असाइनड बाय द इंप्लॉयर। इंप्लॉयमेंट दे विच आपां किस तरह का काम करेंगे, जो भी अपना बॉस अपना इंप्लॉयर आपां नूं काम दे दूगा उस तरह का काम आपां इंप्लॉयमेंट दे विच करांगे। इत्थे आपां गुड्स एंड सर्विसेज रिलेटेड काम कर रहे हैं, इत्थे आपां लोकां नूं आपदियां पर्सनलाइज सर्विसेज प्रोवाइड कर रहे हैं, तो इत्थे आपां इंप्लॉयर दा कहण दे मुताबिक काम करी जांदे। लास्ट पॉइंट है अपने कोले रिवॉर्ड। ये तीनों एक्टिविटीज़ परफॉर्म करके आपां नूं की मिलूगा, तो तीनों एक्टिविटीज़ परफॉर्म करके आपां नूं पैसा मिलूगा। बिजनेस दे विच जिहड़ा पैसा मिलूगा उन्होंने आपां नाम दे दिंदे हैं प्रॉफिट दा। प्रोफैशन दे विच जो पैसा मिल रहा उन्होंने आपां नाम दे दिंदे हैं फीस का। तो इंप्लॉयमेंट दे विच जो पैसा मिलूगा उन्होंने आपां कह देंगे या तो सैलरी या फिर वेजिस। जे फिक्स अमाउंट मिल रही है हर महीने तो वो की होगी सैलरी, जे काम के अकॉर्डिंग मिल रहे पैसे तो उन्होंने आपां की कह देंगे वेजिस। तो ये आपां नूं रिवॉर्ड मिलता है सारिया एक्टिविटीज़ परफॉर्म करके। तो दसो डिफरेंस समझ आया तिन्हां दे विच की डिफरेंस है? 9 पॉइंट्स दिते हुए है आपां डिफरेंस देना तिन्हां दे विच। सारिਆਂ नालों पहला है कमेंसमेंट, फिर है क्वालिफिकेशन, फिर है इन्वेस्टमेंट, तो फिर है रिस्क। बिजनेस किवें शुरू होंदा है बिजनेसमैन के डिसीजन ना। प्रोफैशन जो तुहाडे कोल डिग्री आ गई तो जो तुहाडे कोल सर्टिफिकेट ऑफ प्रैक्टिस आ गया उदों प्रोफैशन शुरू हो जाऊगा। इंप्लॉयमेंट जो तुसीं काम ते जान लग गए उदों तुहाडी इंप्लॉयमेंट शुरू हो जाऊगी। क्वालिफिकेशन बिजनेस दे विच आपां नूं कोई भी मिनीमम क्वालिफिकेशन नहीं चाहिए होंदी। प्रोफैशन विच आपां नूं प्रिस्क्राइब्ड क्वालिफिकेशन भी चाहिए है प्लस ट्रेनिंग भी चाहिए है। इंप्लॉयमेंट दे विच डिपेंड करूगा काम ते किस तरह का काम है उस अकॉर्डिंग क्वालिफिकेशन है। इन्वेस्टमेंट बिजनेस दे विच इन्वेस्टमेंट लगूगी यानी कि पैसा लगूगा, पर वो डिपेंड करूगा अपना बिजनेस किड्डा वड्डा कितना साइज है उस ते। प्रोफैशन च पैसा चाहिए होंदा है बट लिटल बिट छोटा लिमिटेड। इंप्लॉयमेंट दे विच आपां नूं कुछ भी पैसा लाने की लोड़ नहीं है। रिस्क जिहड़ा हैगा उत्थे ज़्यादा होगा जिथे तुसीं पैसा ला रहे हो। पैसा फिर बिजनेस से ज़्यादा लग रहा है तो बिजनेस रिस्क ज़्यादा है। प्रोफैशन च लिमिटेड कैपिटल लग रहा है, लिमिटेड पैसा, तो रिस्क भी लिटल बिट घट है। इंप्लॉयमेंट च पैसा ही नहीं लग रहा तो रिस्क भी जमा ही नहीं हैगा। ट्रांसफर ऑफ इंटरस्ट
ਬਿਜ਼ਨਸ 'ਚ ਹੋ ਸਕਦਾ ਹੈ, ਇੰਪਲੋਇਮੈਂਟ ਤੇ ਪ੍ਰੋਫੈਸ਼ਨ ਦੇ ਵਿੱਚ ਟ੍ਰਾਂਸਫਰ ਆਫ ਇੰਟਰਸਟ ਪੋਸੀਬਲ ਨਹੀਂ ਹੈਗਾ। ਬਿਜ਼ਨਸ ਨੂੰ ਪਰਫਾਰਮ ਕਰਨ ਦਾ ਮੇਨ ਆਬਜੈਕਟਿਵ ਕੀ ਹੁੰਦਾ? ਪ੍ਰੋਫਿਟ ਅਰਨ ਕਰਨਾ। ਪ੍ਰੋਫੈਸ਼ਨ ਆਪਾਂ ਸਰਵਿਸਿਜ਼ ਪ੍ਰੋਵਾਈਡ ਕਰਨ ਲਈ ਕਰਦੇ ਹਾਂ ਤੇ ਇੰਪਲੋਇਮੈਂਟ ਵੀ ਆਪਾਂ ਸਰਵਿਸਿਜ਼ ਪ੍ਰੋਵਾਈਡ ਕਰਕੇ ਪੈਸੇ ਕਮਾਉਣ ਲਈ ਕਰਦੇ ਹਾਂ। ਦੈਨ ਕੋਡ ਆਫ ਕੰਡਕਟ, ਬਿਜ਼ਨਸ ਦੇ ਕੋਈ ਵੀ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਹੁੰਦੇ ਜਿਹੜੇ ਕਿ ਆਪਾਂ ਫੋਲੋ ਕਰਨੇ ਹੁੰਦੇ ਆ, ਬਟ ਪ੍ਰੋਫੈਸ਼ਨ ਵਾਸਤੇ ਪ੍ਰਿਸਕ੍ਰਾਈਬਡ ਰੂਲਸ ਐਂਡ ਰੈਗੂਲੇਸ਼ਨਸ ਬਣੇ ਹੋਏ ਹੈਗੇ। ਤੇ ਇੰਪਲੋਇਮੈਂਟ ਦੇ ਵਿੱਚ ਜੇ ਤਾਂ ਤੁਹਾਡਾ ਕੋਈ ਐਗਰੀਮੈਂਟ ਹੋਇਆ ਕੋਡ ਆਫ ਕੰਡਕਟ ਦੇ ਰਿਲੇਟਡ, ਫਿਰ ਤੁਹਾਨੂੰ ਫੋਲੋ ਕਰਨਾ ਪਊਗਾ, ਅਦਰਵਾਈਜ਼ ਨਹੀਂ। ਦੈਨ ਨੇਚਰ ਆਫ ਵਰਕ ਦੇ ਵਿੱਚ ਕੀ ਹੈਗਾ? ਬਿਜ਼ਨਸ ਦੇ ਵਿੱਚ ਆਪਾਂ ਗੁੱਡਸ ਐਂਡ ਸਰਵਿਸਿਜ਼ ਰਿਲੇਟਡ ਐਕਟੀਵਿਟੀਜ਼ ਕਰਾਂਗੇ, ਪ੍ਰੋਡਕਸ਼ਨ, ਸੇਲ, ਪਰਚੇਸ। ਪ੍ਰੋਫੈਸ਼ਨ ਦੇ ਵਿੱਚ ਆਪਾਂ ਸਰਵਿਸਿਜ਼ ਪ੍ਰੋਵਾਈਡ ਕਰਦੇ, ਇੰਪਲੋਇਮੈਂਟ ਦੇ ਵਿੱਚ ਵੀ ਆਪਾਂ ਇੰਪਲੋਇਰ ਨੂੰ ਸਰਵਿਸਿਜ਼ ਹੀ ਪ੍ਰੋਵਾਈਡ ਕਰਦੇ। ਦੈਨ ਰਿਵਾਰਡ ਕੀ ਹੈਗਾ? ਇਹਦੇ ਵਿੱਚ ਪ੍ਰੋਫਿਟ ਮਿਲਦਾ, ਇਹਦੇ ਵਿੱਚ ਫੀਸ ਮਿਲਦੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਸੈਲਰੀ ਐਂਡ ਵੇਜਸ ਮਿਲਦੇ ਆ। ਤੇ ਦੱਸੋ ਸਾਰਿਆਂ ਨੂੰ ਬਿਜ਼ਨਸ, ਪ੍ਰੋਫੈਸ਼ਨ ਤੇ ਇੰਪਲੋਇਮੈਂਟ ਦੇ ਵਿੱਚ ਡਿਫਰੈਂਸ ਸਮਝ ਆਇਆ? ਥੈਂਕ ਯੂ ਸੋ ਮਚ।